ਹੈਲੋ ਸਟੂਡੈਂਟਸ, तो ਅੱਜ ਅਸੀਂ ਕਰਾਂਗੇ ਨੋਨ ਕੰਟੈਕਟ ਫੋਰਸਿਸ। ਅਗਲਾ ਟੋਪਿਕ ਹੈ ਫਿਜ਼ਿਕਸ ਦੇ 3rd ਯੂਨਿਟ ਦਾ 3rd ਚੈਪਟਰ ਦਾ। ਦ ਫੋਰਸਿਸ ਐਕਸਪੀਰੀਐਂਸਡ ਬਾਈ ਬੋਡੀਜ਼ ਈਵਨ ਵਿਦਾਊਟ ਬੀਇੰਗ ਫਿਜ਼ੀਕਲੀ ਟੱਚਡ ਆਰ ਕਾਲਡ ਨੋਨ ਕੰਟੈਕਟ ਫੋਰਸਿਸ ਔਰ ਫੋਰਸਿਸ ਐਟ ਏ ਡਿਸਟੈਂਸ। ਉਹ ਫੋਰਸਿਸ ਜਿਹੜੀਆਂ ਬਿਨਾਂ ਕੰਟੈਕਟ ਹੋਏ ਹੀ ਐਕਟ ਕਰਦੀਆਂ ਹੋਣ ਉਹਨਾਂ ਨੂੰ ਕੀ ਬੋਲਦੇ ਹਾਂ ਅਸੀਂ? ਨੋਨ ਕੰਟੈਕਟ ਫੋਰਸਿਸ। ਜਿਹਦੇ ਵਿੱਚ ਫਿਜ਼ੀਕਲੀ ਇੱਕ ਦੂਸਰੇ ਨੂੰ ਬੋਡੀ ਟੱਚ ਨਹੀਂ ਕਰਦੀਆਂ, ਉਹਨਾਂ ਫੋਰਸਿਸ ਨੂੰ ਅਸੀਂ ਕੀ ਬੋਲਦੇ ਹਾਂ? ਨੋਨ ਕੰਟੈਕਟ ਫੋਰਸਿਸ। ਜਿਵੇਂ ਅਸੀਂ ਦੇਖਦੇ ਹਾਂ ਗ੍ਰੈਵੀਟੇਸ਼ਨਲ ਫੋਰਸ। ਗ੍ਰੈਵੀਟੇਸ਼ਨਲ ਫੋਰਸ ਕਿਵੇਂ ਆ? ਹੁਣ ਆਪਾਂ ਅਰਥ ਦੇ ਉੱਤੇ ਕਿਸੇ ਬੋਡੀ ਨੂੰ ਰਿਲੀਜ਼ ਕਰਦੇ ਹਾਂ ਅਤੇ ਉਹ ਆਪਣੇ ਆਪ ਥੱਲੇ ਨੂੰ ਜਾਂਦੀ ਹੈ ਨਾ। ਅਰਥ ਨੇ ਉਹਨੂੰ ਖਿੱਚਿਆ ਵਾ, ਅਰਥ ਨੇ ਗ੍ਰੈਵੀਟੇਸ਼ਨਲ ਫੋਰਸ ਲਗਾਈ ਆ, ਬਟ ਅਰਥ ਨੇ ਕੋਈ ਫਿਜ਼ੀਕਲੀ ਟੱਚ ਤਾਂ ਨਹੀਂ ਨਾ ਕੀਤਾ ਬੋਡੀ ਨੂੰ। ਫਿਜ਼ੀਕਲੀ ਤਾਂ ਉਹਦੇ ਵਿੱਚ ਏਅਰ ਹੀ ਆ, ਸੋ ਇੱਥੇ ਕੋਈ ਕੰਟੈਕਟ ਨਹੀਂ ਹੋਇਆ। ਉੱਦਾਂ ਹੀ ਅਰਥ ਦੀ ਜਿਹੜੀ ਗ੍ਰੈਵੀਟੇਸ਼ਨਲ ਫੋਰਸ ਆ ਉਹ ਅਰਥ ਦੀ ਇੱਕ ਪ੍ਰੋਪਰਟੀ ਆ, ਜਿਹਦੇ ਕਰਕੇ ਉਹਨੇ ਅਰਥ ਨੇ ਛੋਟੀ ਬੋਡੀ ਨੂੰ ਆਪਣੇ ਵੱਲ ਨੂੰ ਖਿੱਚਿਆ ਵਾ। ਉਹਨੂੰ ਅਸੀਂ ਕੀ ਬੋਲਦੇ ਹਾਂ? ਨੋਨ ਕੰਟੈਕਟ ਫੋਰਸਿਸ, ਜਿਹਦੇ ਵਿੱਚ ਫਿਜ਼ੀਕਲੀ ਕੰਟੈਕਟ ਨਹੀਂ ਹੁੰਦਾ। ਠੀਕ ਹੈ ਜੀ। ਸੈਕਿੰਡ ਇਜ਼ ਦਾ ਇਲੈਕਟ੍ਰੋਸਟੈਟਿਕ ਫੋਰਸ। ਆਪਾਂ ਨੂੰ ਪਤਾ ਪੋਜ਼ਿਟਿਵ ਚਾਰਜ ਇੱਕ ਦੂਸਰੇ ਨੂੰ ਰਿਪੈਲ ਕਰਦੇ ਆ ਅਤੇ ਪੋਜ਼ਿਟਿਵ ਨੈਗੇਟਿਵ ਚਾਰਜ ਇੱਕ ਦੂਸਰੇ ਨੂੰ ਅਟਰੈਕਟ ਕਰਦੇ ਆ। ਅਤੇ ਉਹਨਾਂ ਚਾਰਜ ਵੀ ਜਦੋਂ ਇੱਕ ਦੂਸਰੇ ਨੂੰ ਅਟਰੈਕਟ ਜਾਂ ਰਿਪੈਲ ਕਰਦੇ ਆ, ਉਹਨਾਂ ਵਿੱਚ ਕੋਈ ਫਿਜ਼ੀਕਲੀ ਟੱਚ ਨਹੀਂ ਹੁੰਦੇ ਉਹ ਇੱਕ ਦੂਜੇ ਨੂੰ। ਸਿਮਿਲਰਲੀ ਜਦੋਂ ਮੈਗਨੇਟ ਦਾ ਇੱਕ ਪੋਲ ਨੌਰਥ ਪੋਲ ਨੂੰ ਹੀ ਰਿਪੈਲ ਕਰਦਾ ਵਾ ਜਾਂ ਸਾਊਥ ਪੋਲ ਨੂੰ ਆਪਣੇ ਵੱਲ ਨੂੰ ਅਟਰੈਕਟ ਕਰਦਾ, ਅਤੇ ਫਿਜ਼ੀਕਲੀ ਕੋਈ ਕੰਟੈਕਟ ਨਹੀਂ ਹੁੰਦਾ ਉਹਨਾਂ ਦੇ ਵਿੱਚ, ਫਿਜ਼ੀਕਲੀ ਟੱਚ ਨਹੀਂ ਕਰਦੇ ਹੁੰਦੇ ਇੱਕ ਦੂਸਰੇ ਨੂੰ। ਅਤੇ ਇਹ ਫੋਰਸਿਸ ਜਿਹੜੀਆਂ ਉਹਨਾਂ ਦੀਆਂ ਇੱਕ ਇੰਟਰਨਲ ਪ੍ਰੋਪਰਟੀਜ਼ ਆ। ਠੀਕ ਹੈ ਜੀ। ਸੋ ਫਸਟ ਇਜ਼ ਦਾ ਗ੍ਰੈਵੀਟੇਸ਼ਨਲ ਫੋਰਸ। ਗ੍ਰੈਵੀਟੇਸ਼ਨਲ ਫੋਰਸ ਕੀ ਆ? ਇਨ ਦੀ ਯੂਨੀਵਰਸ ਵਨ ਪਾਰਟੀਕਲ ਅਟਰੈਕਟਸ ਦਾ ਅਦਰ ਪਾਰਟੀਕਲ ਡਿਊ ਟੂ ਦੀ ਮਾਸ ਕਰਕੇ ਹੁੰਦੀ ਇਹ। ਦਿਸ ਫੋਰਸ ਆਫ ਅਟਰੈਕਸ਼ਨ ਬਿਟਵੀਨ ਦੈਮ ਇਜ਼ ਕਾਲਡ ਗ੍ਰੈਵੀਟੇਸ਼ਨਲ ਫੋਰਸ ਕਹਿੰਦੇ ਇਹਨੂੰ, ਜਿਹੜੀ ਮਾਸ ਦੀ ਵਜ੍ਹਾ ਨਾਲ ਅਟਰੈਕਸ਼ਨ ਦੀ ਪ੍ਰੋਪਰਟੀ ਹੁੰਦੀ ਆ। ਦ ਅਰਥ ਆਲਸੋ ਬਿਕੋਜ਼ ਆਫ ਇਟਸ ਮਾਸ ਅਟਰੈਕਟਸ ਆਲ ਅਦਰ ਮਾਸਿਸ ਅਰਾਊਂਡ ਇਟ। ਦ ਫੋਰਸ ਔਨ ਦੀ ਬੋਡੀ ਡਿਊ ਟੂ ਅਰਥ ਅਟਰੈਕਸ਼ਨ ਇਜ਼ ਕਾਲਡ ਦਾ ਫੋਰਸ ਆਫ ਗ੍ਰੈਵਿਟੀ ਔਰ ਵੇਟ ਆਫ ਬੋਡੀ। ਜਿਹੜਾ ਸਾਡਾ ਵੇਟ ਆ ਨਾ, ਉਹ ਕੀ ਆ? ਅਰਥ ਨੇ ਕਿੰਨੀ ਫੋਰਸ ਨਾਲ ਸਾਨੂੰ ਆਪਣੇ ਵੱਲ ਨੂੰ ਖਿੱਚ ਕੇ ਰੱਖਿਆ ਹੋਇਆ ਵਾ। ਇਟ ਕੋਜ਼ਿਜ਼ ਦ ਮੋਸ਼ਨ ਇਨ ਦੀ ਬੋਡੀ ਟੂਵਰਡਸ ਅਰਥ ਇਫ ਦਾ ਬੋਡੀ ਇਜ਼ ਫਰੀ ਟੂ ਮੂਵ। ਜਦੋਂ ਆਪਾਂ ਬੋਡੀ ਨੂੰ ਫਰੀਲੀ ਛੱਡ ਦਿੰਦੇ ਆ ਨਾ, ਅਤੇ ਉਹ ਅਰਥ ਵੱਲ ਨੂੰ ਮੂਵ ਕਰਦੀ ਹੈ। ਕੋਈ ਬੋਡੀ ਨੂੰ ਅਰਥ ਦੇ ਉੱਤੇ, ਜੇ ਆਪਾਂ ਅਰਥ ਦੀ ਸਰਫੇਸ ਦੇ ਉੱਤੇ ਕਿਸੇ ਹਾਈਟ ਤੋਂ ਛੱਡਦੇ ਤਾਂ ਉਹ ਆਪਣੇ ਆਪ ਹੀ ਅਰਥ ਵੱਲ ਨੂੰ ਮੂਵ ਕਰਦੀ ਡਿਊ ਟੂ ਦੀ ਗ੍ਰੈਵੀਟੇਸ਼ਨਲ ਫੋਰਸ। ਦਸ ਇਟ ਇਜ਼ ਦਾ ਫੋਰਸ ਡਿਊ ਟੂ ਦੀ ਗ੍ਰੈਵਿਟੀ ਦੈਟ ਮੇਕਸ ਏ ਬੋਡੀ ਫਾਲ, ਜਿਹਦੇ ਕਰਕੇ ਬੋਡੀ ਡਿੱਗਦੀ ਆ ਵੈਨ ਰਿਲੀਜ਼ਡ ਫਰੋਮ ਏ ਹਾਈਟ। ਦਾ ਬੋਡੀ ਆਲਸੋ ਅਟਰੈਕਟਸ ਦਾ ਅਰਥ ਬਾਏ ਐਨ ਇਕੁਅਲ ਫੋਰਸ। ਉਹ ਜਿਹੜੀ ਛੋਟੀ ਜਿਹੀ ਬੋਡੀ ਹੁੰਦੀ ਨਾ, ਆਹ ਛੋਟੀ ਜਿਹੀ ਜਿਹੜੀ ਬੋਡੀ ਆ, ਇਹ ਅਰਥ ਨੂੰ ਵੀ ਆਪਣੇ ਵੱਲ ਨੂੰ ਖਿੱਚਦੀ ਆ। ਇਹਦਾ ਮਤਲਬ ਇਹ ਨਹੀਂ ਹੈਗਾ ਵੀ ਅਰਥ ਨੂੰ ਨਹੀਂ ਖਿੱਚਦੀ, ਅਰਥ ਨੂੰ ਵੀ ਖਿੱਚਦੀ, ਬਟ ਅਰਥ ਵੱਡੀ ਬਹੁਤ ਆ, ਇਸ ਕਰਕੇ ਅਰਥ ਦੀ ਅਟਰੈਕਸ਼ਨ ਉਹਦੇ ਵੱਲ ਨੂੰ ਨਹੀਂ ਹੁੰਦੀ ਅਤੇ ਛੋਟੀ ਬੋਡੀ ਉਹਦੇ ਵੱਲ ਨੂੰ ਚੱਲ ਜਾਂਦੀ ਹੈ। ਠੀਕ ਹੈ ਜੀ। ਇਕੁਅਲ ਫੋਰਸ ਨਾਲ ਹੀ ਖਿੱਚਦੀ ਆ। ਬਟ ਨੋ ਮੋਸ਼ਨ ਇਜ਼ ਕੋਜ਼ਡ ਇਨ ਦੀ ਅਰਥ ਬਿਕੋਜ਼ ਇਟ ਹੈਜ਼ ਹਿਊਜ ਮਾਸ, ਕਿਉਂਕਿ ਇਹਦਾ ਬਿਕੋਜ਼ ਆਫ ਇਟਸ ਹਿਊਜ ਮਾਸ। ਐਗਜ਼ਾਮਪਲਸ ਕੀ ਆ? ਬੋਲ ਪਲੇਸਡ ਔਨ ਦੀ ਟੇਬਲ ਸਟਾਰਟਸ ਰੋਲਿੰਗ ਡਾਊਨ ਵੈਨ ਦਾ ਟੇਬਲ ਇਜ਼ ਟਿਲਟਡ। ਜਦੋਂ ਪੇਜ ਨੂੰ ਆਪਾਂ ਟਿਲਟ ਕਰ ਦਈਏ ਅਤੇ ਬੋਲ ਆਪਣੇ ਆਪ ਹੀ ਰੋਲ ਕਰਕੇ ਥੱਲੇ ਨੂੰ ਜਾਂਦੀ ਹੈ, ਕਿਹਦੇ ਕਰਕੇ? ਗ੍ਰੈਵੀਟੇਸ਼ਨਲ ਫੋਰਸ ਕਰਕੇ। ਇਫ ਦਾ ਬੋਡੀ ਇਜ਼ ਥਰੋਨ ਅਪ ਇਨ ਏਅਰ ਇਟ ਗੋਜ਼ ਅਪ ਰੀਚਿਜ਼ ਟੂ ਏ ਹਾਈਟ ਐਂਡ ਦੈਨ ਰਿਟਰਨਸ ਟੂ ਦੀ ਗਰਾਊਂਡ। ਫਿਰ ਦੁਬਾਰਾ ਧਰਤੀ ਵੱਲ ਨੂੰ ਮੁੜਦੀ ਹੈ, ਕਿਹਦੇ ਕਰਕੇ? ਗ੍ਰੈਵੀਟੇਸ਼ਨਲ ਫੋਰਸ ਕਰਕੇ। ਕੋਇਨ ਫਾਲਸ ਡਾਊਨ ਵੈਨ ਇਟ ਇਜ਼ ਰਿਲੀਜ਼ਡ ਐਟ ਏ ਹਾਈਟ। ਜਦੋਂ ਕਿਸੇ ਕੋਇਨ ਨੂੰ ਛੱਡਦੇ ਹਾਂ ਤਾਂ ਉਹ ਵੀ ਥੱਲੇ ਨੂੰ ਹੀ ਜਾਂਦਾ ਵਾ। ਠੀਕ ਹੈ ਜੀ। ਗ੍ਰੈਵੀਟੇਸ਼ਨਲ ਫੋਰਸ ਕਰਕੇ। ਨੈਕਸਟ ਫੋਰਸ ਹੈਗੀ ਸਾਡੀ ਇਲੈਕਟ੍ਰੋਸਟੈਟਿਕ ਫੋਰਸ। ਦੋ ਚਾਰਜਾਂ ਵਿਚਲੀ ਫੋਰਸ ਆ। ਟੂ ਲਾਈਕ ਚਾਰਜਿਸ ਰਿਪੈਲ ਵਾਈਲ ਟੂ ਅਨਲਾਈਕ ਚਾਰਜਿਸ ਅਟਰੈਕਟ ਈਚ ਅਦਰ। ਦਾ ਫੋਰਸ ਬਿਟਵੀਨ ਦੀ ਚਾਰਜਿਸ ਇਜ਼ ਕਾਲਡ ਇਲੈਕਟ੍ਰੋਸਟੈਟਿਕ ਫੋਰਸ। ਇਹਨਾਂ ਵਿਚਲੀ ਜਿਹੜੀ ਫੋਰਸ ਆ ਉਹਨੂੰ ਕਿਹੜੀ ਫੋਰਸ ਬੋਲਾਂਗੇ ਅਸੀਂ? ਇਲੈਕਟ੍ਰੋਸਟੈਟਿਕ ਫੋਰਸ। ਦਿਸ ਫੋਰਸ ਐਕਟਸ ਬਿਟਵੀਨ ਦੀ ਚਾਰਜਡ ਓਬਜੈਕਟਸ ਈਵਨ ਵੈਨ ਦੇ ਆਰ ਸੈਪਰੇਟਡ। ਜਦੋਂ ਇੱਕ ਦੂਸਰੇ ਤੋਂ ਦੂਰ ਹੁੰਦੇ ਆ ਨਾ, ਇਹ ਉਦੋਂ ਵੀ ਐਕਟ ਕਰ ਜਾਂਦੀ ਹੈ ਇਹ ਫੋਰਸ। ਐਗਜ਼ਾਮਪਲ ਵੈਨ ਏ ਕੋਂਬ ਇਜ਼ ਰਬਡ ਔਨ ਏ ਡਰਾਈ ਹੇਅਰਸ ਇਟ ਗੈਟ ਚਾਰਜ ਹੋ ਜਾਂਦਾ। ਕਹਿੰਦਾ ਉਹ ਇਫ ਦਿਸ ਕੋਂਬ ਇਜ਼ ਬਰੋਡ ਨੀਅਰ ਦੀ ਸਮੋਲ ਬਿਟਸ ਆਫ ਪੇਪਰ opposite charges are induced on the bits of the paper and they begun to move towards the comb। ਤੇ ਉਹ comb